ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਭੇਖੇ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਮਨ ਸਾਚਾ ਮੁਖ ਸਾਚਾ ਸੋਏ। ਅਵਰ ਨ ਭੇਖੇ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਸਾਚਾ ਮੁਖ ਸਾਚਾ ਹੋਏ। ਮਨ ਤੇ ਮੂੰਹ ਵਿੱਚ ਉਹ ਸੱਚਾ ਹੀ ਪਰਮੇਸ਼ਰ ਹੈ। ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਸਾਡੇ ਮਨ ਦੇ ਵਿੱਚ ਵੀ ਹੈ, ਉਹ ਸਾਡੀ ਜ਼ੁਬਾਨ 'ਤੇ ਵੀ ਹੈ, ਸਾਡੇ ਮੂੰਹ 'ਤੇ ਵੀ ਹੈ। ਅਵਰ ਨ ਭੇਖੇ ਏਕਸ ਬਿਨ ਕੋਏ। ਉਸ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਮੈਨੂੰ ਕੁਛ ਹੋਰ ਵੀ ਨਜ਼ਰ ਨਹੀਂ ਆ ਰਿਹਾ। ਵਾਹਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਕਣ ਕਣ ਦੇ ਵਿੱਚ ਮੌਜੂਦ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸਲ ਜੋ ਬ੍ਰਹਮ ਗਿਆਨੀ ਹੁੰਦੇ ਹਨ ਉਹਨਾਂ ਦੇ ਵਿੱਚ ਇਹ ਨਿਸ਼ਾਨੀ ਹੁੰਦੀ ਹੈ ਕਿ ਉਹਨਾਂ ਨੂੰ ਹਰ ਥਾਂ 'ਤੇ ਹਰ ਮਨੁੱਖ ਵਿੱਚ ਵਾਹਿਗੁਰੂ ਅਕਾਲ ਪੁਰਖ ਦਾ ਰੂਪ ਦਿਖਾਈ ਦਿੰਦਾ ਹੈ। ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਹਰੀ ਦਾ ਪਿਆਰਾ ਜੋ ਹੁੰਦਾ ਹੈ ਉਹ ਸਦਾ ਮਾਇਆ ਤੋਂ ਵੱਖ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਉਹ ਨਹੀਂ ਚਿੰਬੜਦਾ ਮੋਹ ਮਾਇਆ ਦੇ ਨਾਲ, ਸੰਸਾਰਿਕ ਪਦਾਰਥਾਂ ਦੇ ਨਾਲ। ਜੈਸੇ ਜਲ ਮੈਂ ਕਮਲ ਅਲੇਪ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਵੱਖ ਹੀ ਰਹਿੰਦਾ ਹੈ, ਉਸੇ ਤਰ੍ਹਾਂ ਬ੍ਰਹਮ ਗਿਆਨੀ ਵੀ ਹੁੰਦਾ ਹੈ। ਜਿਵੇਂ ਜੋ ਕਮਲ ਦਾ ਫੁੱਲ ਹੈ ਉਹ ਚਿੱਕੜ ਦੇ ਵਿੱਚ ਪੈਦਾ ਹੁੰਦਾ ਹੈ, ਉੱਥੇ ਉੱਗਦਾ ਹੈ ਉਹ, ਤਾਂ ਉਹ ਫੁੱਲ ਅਲੱਗ ਹੀ ਦਿਖਾਈ ਦਿੰਦਾ ਹੈ, ਬਹੁਤ ਸੋਹਣਾ ਹੁੰਦਾ ਹੈ, ਉਸ ਨੂੰ ਚਿੱਕੜ ਦੀ ਕੋਈ ਪਰਵਾਹ ਨਹੀਂ ਹੈ। ਉਸੇ ਤਰ੍ਹਾਂ ਜੋ ਬ੍ਰਹਮ ਗਿਆਨੀ ਹੁੰਦਾ ਹੈ ਨਾ, ਉਹ ਇਸ ਸੰਸਾਰ ਵਿੱਚ ਰਹਿ ਕੇ ਵੀ ਸੰਸਾਰਕ ਪਦਾਰਥਾਂ ਨਾਲ ਅਤੇ ਮੋਹ ਮਾਇਆ ਦੇ ਵਿੱਚ ਨਹੀਂ ਆਉਂਦਾ। ਉਹ ਹਮੇਸ਼ਾ ਉਸ ਤੋਂ ਨਿਰਲੇਪ ਰਹਿੰਦਾ ਹੈ, ਭਾਵ ਵੱਖ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਹਰੀ ਦਾ ਜੋ ਪਿਆਰਾ ਹੈ ਉਹ ਦੋਖ ਤੋਂ ਨਿਆਰਾ ਹੈ, ਉਸ ਨੂੰ ਕੋਈ ਦੁੱਖ ਨਹੀਂ ਲੱਗਦਾ। ਜੈਸੇ ਸੂਰ ਸਰਬ ਕੋ ਸੋਖ, ਜਿਵੇਂ ਸੂਰਜ ਸਭ ਨੂੰ ਸੁਕਾਉਂਦਾ ਹੈ, ਉਸੇ ਤਰ੍ਹਾਂ ਹਰੀ ਦਾ ਜੋ ਪਿਆਰਾ ਹੈ, ਜੇਕਰ ਉਸ ਦੇ ਉੱਪਰ ਕੋਈ ਦੁੱਖ ਆ ਵੀ ਜਾਵੇ ਤਾਂ ਉਸ ਨੂੰ, ਉਸ ਦੇ ਲਈ ਸੁੱਖ ਅਤੇ ਦੁੱਖ ਦੋਨੋਂ ਬਰਾਬਰ ਹੀ ਹੁੰਦੇ ਹਨ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ। ਹਰੀ ਦੇ ਪਿਆਰੇ ਦੀ ਨਜ਼ਰ ਬਰਾਬਰ ਹੁੰਦੀ ਹੈ, ਸਾਰਿਆਂ ਦੇ ਲਈ ਬਰਾਬਰ ਨਜ਼ਰ ਹੁੰਦੀ ਹੈ ਉਸਦੀ। ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ, ਜਿਵੇਂ ਗਰੀਬ ਅਤੇ ਰਾਜੇ ਨੂੰ ਇੱਕੋ ਜਿਹੀ ਹਵਾ ਲੱਗਦੀ ਹੈ, ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ। ਜੋ ਕੁਦਰਤੀ ਸਰੋਤ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਬਰਾਬਰ ਹੀ ਦਿੱਤੇ ਹਨ। ਇਸੇ ਤਰ੍ਹਾਂ ਜੋ ਬ੍ਰਹਮ ਗਿਆਨੀ ਹੈ ਉਸ ਨੂੰ ਸਭ ਬਰਾਬਰ ਹੀ ਲੱਗਦਾ ਹੈ, ਕੋਈ ਊਚ ਨੀਚ ਨਹੀਂ ਲੱਗਦੀ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸੁਧਾ ਕੋ ਖੋਦੇ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕੈ ਧੀਰਜ ਏਕ, ਹਰੀ ਦੇ ਪਿਆਰੇ ਦੀ ਇੱਕ ਉੱਤੇ, ਇੱਕੋ ਇੱਕ ਵਾਹਿਗੁਰੂ ਦੇ ਉੱਤੇ ਉਸਦਾ ਪੱਕਾ ਧੀਰਜ ਬਣਿਆ ਹੋਇਆ ਹੈ, ਨੇਚਾ ਬਣੀ ਹੋਈ ਹੈ। ਜਿਉ ਬਸੁਧਾ ਕੋ ਖੋਦੈ ਕੋ ਚੰਦਨ ਲੇਪ,
ਜਿਵੇਂ ਜ਼ਮੀਨ ਨੂੰ ਕੋਈ ਪੁੱਟੇ, ਜਿਉਂ ਵਸੂਦਾ ਭਾਵ ਜ਼ਮੀਨ, ਜਿਵੇਂ ਜ਼ਮੀਨ ਨੂੰ ਕੋਈ ਪੁੱਟੇ ਤੇ ਕੋਈ ਚੰਦਨ ਦਾ ਪੋਚਾ ਦੇਵੇ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਹਰੀ ਦੇ ਪਿਆਰੇ ਵਿੱਚ ਇਹ ਵੱਡਾ ਗੁਣ ਹੈ। ਕੀ ਗੁਣ ਹੈ? ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ, ਜਿਵੇਂ ਅੱਗ ਦਾ ਸਹਿਜ ਸੁਭਾਅ ਹੁੰਦਾ ਹੈ ਨਾ, ਉਸੇ ਤਰ੍ਹਾਂ ਹੀ ਜੋ ਬ੍ਰਹਮ ਗਿਆਨੀ ਹੈ ਉਹ ਬਹੁਤ ਧੀਰਜ ਵਾਲਾ ਹੁੰਦਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ। ਹਰੀ ਦਾ ਪਿਆਰਾ ਸਾਫ ਤੋਂ ਸਾਫ ਹੈ, ਜਿਵੇਂ ਪਾਣੀ ਨੂੰ ਮੈਲ ਨਹੀਂ ਲੱਗਦੀ। ਬ੍ਰਹਮ ਗਿਆਨੀ ਕੇ ਮਨ ਹੋਏ ਪਰਗਾਸ, ਜੈਸੇ ਧਰ ਊਪਰ ਆਕਾਸ। ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾਸ, ਹਰੀ ਦੇ ਪਿਆਰੇ ਵਿੱਚ ਚਾਨਣ ਹੈ। ਜਿਵੇਂ ਜ਼ਮੀਨ ਤੇ ਆਕਾਸ ਹੈ, ਉਸੇ ਤਰ੍ਹਾਂ ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ। ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ। ਹਰੀ ਦੇ ਪਿਆਰੇ ਨੂੰ ਵੈਰੀ ਤੇ ਮਿੱਤਰ ਬਰਾਬਰ ਹਨ। ਚਾਹੇ ਕੋਈ ਮਿੱਤਰ ਹੈ, ਚਾਹੇ ਕੋਈ ਸੱਤਰ ਹੈ। ਸੱਤਰ ਭਾਵ ਜੋ ਵੈਰੀ ਹੈ ਉਸ ਨੂੰ ਬਰਾਬਰ ਹੀ ਦਿਖਾਈ ਦਿੰਦੇ ਹਨ। ਉਹ ਕਿਸੇ ਦੇ ਨਾਲ ਈਰਖਾ ਨਹੀਂ ਕਰਦਾ। ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਹਰੀ ਦੇ ਪਿਆਰੇ ਨੂੰ ਹੰਕਾਰ ਨਹੀਂ ਹੁੰਦਾ। ਜਿਵੇਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਸੁਣਦੇ ਹਾਂ ਕਿ ਜਦੋਂ ਜੰਗ ਦੇ ਵਿੱਚ ਭਾਈ ਕਨ੍ਹੱਈਆ ਜੀ ਜਿਹੜੇ ਸੀ ਉਹ ਸਭ ਨੂੰ ਜਲ ਛਕਾਉਂਦੇ ਸਨ, ਚਾਹੇ ਉਹ ਦੁਸ਼ਮਣ ਦੇ ਜੋ ਸੈਨਾ ਦੇ ਆਦਮੀ ਸਨ, ਚਾਹੇ ਉਹ ਹੁੰਦੇ ਸਨ, ਚਾਹੇ ਉਹ ਆਪਣੀ ਸੈਨਾ ਦੇ ਆਦਮੀ ਹੁੰਦੇ ਸਨ, ਤਾਂ ਉਹ ਸਭ ਨੂੰ ਪਾਣੀ ਜਲ ਛਕਾਉਂਦੇ ਸਨ। ਤਾਂ ਜਦੋਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਕੋਲੇ ਭਾਈ ਕਨ੍ਹੱਈਆ ਜੀ ਦੀ ਸ਼ਿਕਾਇਤ ਕੀਤੀ ਤਾਂ ਗੁਰੂ ਜੀ ਨੇ ਉਹਨਾਂ ਨੂੰ ਇਹ ਵੀ ਨਾਲ ਡਿਊਟੀ ਉਹਨਾਂ ਦੀ ਲਾ ਦਿੱਤੀ ਕਿ ਤੁਸੀਂ ਜਲ ਛਕਾਉਣ ਦੇ ਨਾਲ ਨਾਲ ਸਭ ਦੇ ਮੱਲਮ ਪੱਟੀ ਵੀ ਕਰਿਆ ਕਰੋ, ਚਾਹੇ ਉਹ ਕੋਈ ਵੀ ਹੋਵੇ। ਕਿਉਂਕਿ ਜੰਗੇ ਮੈਦਾਨ ਦੇ ਵਿੱਚ ਹੀ ਜੋ ਫੌਜਾਂ ਹੁੰਦੀਆਂ ਹਨ ਉਹ ਇੱਕ ਦੂਸਰੇ ਦੇ ਪ੍ਰਤੀ ਲੜਦੀਆਂ ਹਨ, ਪਰ ਜਦੋਂ ਜੰਗ ਤੋਂ ਬਾਹਰ ਦੀ ਗੱਲ ਹੈ ਤਾਂ ਸਾਰੇ ਸਮਾਨ ਹਨ। ਤਾਂ ਗੁਰੂ ਜੀ ਨੇ ਗੁੱਸਾ ਨਹੀਂ ਕੀਤਾ, ਬੁਰਾ ਨਹੀਂ ਮਨਾਇਆ, ਸਗੋਂ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਜਲ ਛਕਾਉਣ ਦੇ ਨਾਲ ਨਾਲ ਜੇ ਕਿਸੇ ਦੇ ਕੋਈ ਮਾਲਮ ਪੱਟੀ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਉਹ ਵੀ ਕਰਿਆ ਕਰੋ, ਕਿਉਂਕਿ ਉਹ ਬ੍ਰਹਮ ਗਿਆਨੀ ਸਨ। ਉਹਨਾਂ ਦੇ ਲਈ ਸਾਰੇ ਹੀ ਬਰਾਬਰ ਸਨ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਹਰੀ ਦਾ ਪਿਆਰਾ ਉੱਚਿਆਂ ਤੋਂ ਉੱਚਾ ਹੈ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਉਂਝ ਸਭ ਨੀਵਿਆਂ ਤੋਂ ਨੀਵਾਂ ਵੀ ਹੈ। ਉਸ ਦੀ ਜੋ ਉਪਾਧੀ ਹੈ ਉਹ ਉੱਚਿਆਂ ਤੋਂ ਉੱਚੀ ਹੈ, ਪਰ ਉਸ ਦਾ ਜੋ ਮਨ ਹੈ ਉਸ ਨੇ ਆਪਣੇ ਮਨ ਨੂੰ ਨੀਵਿਆਂ ਤੋਂ ਵੀ ਨੀਵਾਂ ਕੀਤਾ ਹੋਇਆ ਹੈ। ਪ੍ਰਭ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸੇ ਜਨ ਭਏ, ਹਰੀ ਦੇ ਪਿਆਰੇ ਉਹੀ ਹੁੰਦੇ ਹਨ, ਨਾਨਕ ਜਿਨ ਪ੍ਰਭ ਆਪ ਕਰੇ, ਜਿਨ੍ਹਾਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਆਪ ਜਿਨ੍ਹਾਂ ਦੇ ਉੱਪਰ ਕਿਰਪਾ ਕਰਦਾ ਹੈ। ਬ੍ਰਹਮ ਗਿਆਨੀ ਸਗਲ ਕੀਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਹਰੀ ਦਾ ਪਿਆਰਾ ਸਭ ਦੀ ਧੂੜ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਸਗਲ ਮੀਨਜ਼ ਸਭ ਦਾ, ਸਾਰਿਆਂ ਦਾ, ਰੀਨਾ ਰੀਣ ਧੂੜ। ਹਰੀ ਦਾ ਜੋ ਪਿਆਰਾ ਹੈ ਉਹ ਸਭ ਦੀ ਧੂੜ ਹੈ। ਆਤਮ ਰਸ ਬ੍ਰਹਮ ਗਿਆਨੀ ਚੀਨਾ, ਹਰੀ ਦੇ ਪਿਆਰੇ ਨੇ
ਆਤਮ ਰਸ ਬੁੱਝ ਲਿਆ ਹੈ। ਉਹ ਮੈਂ ਨਹੀਂ ਕਰਦਾ ਫਿਰਦਾ, ਉਹ ਆਪਣੇ ਆਪ ਨੂੰ ਸਭ ਦੀ ਧੂੜ ਸਮਝਦਾ ਹੈ। ਬ੍ਰਹਮ ਗਿਆਨੀ ਕੀ ਸਭ ਊਪਰ ਮੇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ। ਬ੍ਰਹਮ ਗਿਆਨੀ ਕੀ ਸਭ ਊਪਰ ਮੇਆ, ਹਰੀ ਦੇ ਪਿਆਰੇ ਦੀ ਸਭ ਉੱਤੇ ਕਿਰਪਾ ਹੈ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ, ਹਰੀ ਦੇ ਪਿਆਰੇ ਤੋਂ ਕੁਝ ਬੁਰਾ ਹੋ ਹੀ ਨਹੀਂ ਸਕਦਾ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਸਦਾ ਸਮਦਰਸੀ। ਵਾਹਿਗੁਰੂ ਸੱਚੇ ਪਾਤਸ਼ਾਹ ਦਾ ਜੋ ਪਿਆਰਾ ਹੈ ਉਹ ਸਭ ਨੂੰ ਬਰਾਬਰ ਨਿਗਾਹ ਦੇ ਨਾਲ ਵੇਖਦਾ ਹੈ। ਉਸ ਦੇ ਲਈ ਸਾਰੇ ਸਮਦਰਸੀ ਹਨ, ਭਾਵ ਬਰਾਬਰ ਹਨ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਹਰੀ ਦੇ ਪਿਆਰੇ ਦੀ ਜੋ ਨਜ਼ਰ ਹੈ ਉਸ ਵਿੱਚੋਂ ਵੀ ਅੰਮ੍ਰਿਤ ਵਰਸਦਾ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਹਰੀ ਦਾ ਪਿਆਰਾ ਬੰਧਨਾਂ ਤੋਂ ਰਹਿਤ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਉਹ ਸਾਰੇ ਤਰ੍ਹਾਂ ਦੇ ਬੰਧਨਾਂ ਤੋਂ ਰਹਿਤ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਹਰੀ ਦੇ ਪਿਆਰੇ ਦੀ ਜੋ ਜੁਗਤੀ ਹੈ ਉਹ ਵੀ ਸਾਫ਼ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਹਰੀ ਦੇ ਪਿਆਰੇ ਦਾ ਖਾਣਾ ਗਿਆਨ ਹੈ। ਉਸ ਦਾ ਜੋ ਭੋਜਨ ਹੈ ਉਹ ਕੀ ਹੈ? ਗਿਆਨ ਪ੍ਰਾਪਤ ਕਰਨਾ, ਗਿਆਨ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਹਰੀ ਦੇ ਪਿਆਰੇ ਦਾ ਹਮੇਸ਼ਾ ਜੋ ਧਿਆਨ ਹੈ ਉਹ ਪਰਮੇਸ਼ਰ ਦੇ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਏਕ ਊਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਹਰੀ ਦੇ ਪਿਆਰੇ ਦੀ ਇੱਕ ਪਰਮੇਸ਼ਰ ਉੱਤੇ ਹੀ ਆਸ ਹੈ। ਹਰੀ ਦੇ ਪਿਆਰੇ ਦਾ ਨਾਸ਼ ਨਹੀਂ ਹੁੰਦਾ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਹਰੀ ਦੇ ਪਿਆਰੇ ਦੇ ਮਨ ਵਿੱਚ ਗਰੀਬੀ ਰਹਿੰਦੀ ਹੈ। ਹਰੀ ਪਿਆਰੇ ਨੂੰ ਪਰ ਉਪਕਾਰ ਵਿੱਚ ਖੁਸ਼ੀ ਪ੍ਰਾਪਤ ਹੁੰਦੀ ਹੈ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਹਰੀ ਪਿਆਰੇ ਨੂੰ ਪਰ ਉਪਕਾਰ ਕਰਨ ਦੇ ਵਿੱਚ ਖੁਸ਼ੀ ਪ੍ਰਾਪਤ ਹੁੰਦੀ ਹੈ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਹਰੀ ਪਿਆਰੇ ਨੂੰ ਕੋਈ ਵਿਰਾਗ ਨਹੀਂ ਹੁੰਦਾ, ਕਿਉਂਕਿ ਉਸਨੇ ਆਪਣਾ ਜੋ ਮਨ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਹੀ ਜੋੜਿਆ ਹੈ, ਸੰਸਾਰਿਕ ਪਦਾਰਥਾਂ ਦੇ ਨਾਲ ਨਹੀਂ ਜੋੜਿਆ। ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਹਰੀ ਪਿਆਰਾ ਦੌੜਦੇ ਮਨ ਨੂੰ ਰੋਕ ਲੈਂਦਾ ਹੈ, ਉਸ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸਫਲ ਫਲਾ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਹਰੀ ਪਿਆਰੇ ਨੂੰ ਜੋ ਹੁੰਦਾ ਹੈ ਉਹ ਉਸ ਨੂੰ ਵਾਹਿਗੁਰੂ ਦਾ ਜੋ ਭਾਣਾ ਹੈ ਉਸ ਨੂੰ ਹਮੇਸ਼ਾ ਚੰਗਾ ਲੱਗਦਾ ਹੈ। ਬ੍ਰਹਮ ਗਿਆਨੀ ਸਫਲ ਫਲਾ, ਹਰੀ ਪਿਆਰਾ ਚੰਗੇ ਫਲਾਂ ਦੇ ਨਾਲ ਫਲਦਾ ਹੈ। ਬ੍ਰਹਮ ਗਿਆਨੀ ਸੰਗ ਸਗਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਹਰੀ ਪਿਆਰੇ ਨਾਲ ਰਲ ਕੇ ਸਭ ਤਰ ਜਾਂਦੇ ਹਨ। ਜੋ ਹੋਰ ਵੀ ਹਰੀ ਦੇ ਪਿਆਰੇ ਦੀ ਸੰਗਤ ਕਰਦੇ ਹਨ ਉਹ ਵੀ ਉਸ ਦੇ ਨਾਲ ਰਲ ਕੇ ਤਰ ਜਾਂਦੇ ਹਨ। ਨਾਨਕ ਬ੍ਰਹਮ ਗਿਆਨੀ
ਜਪੇ ਸਗਲ ਸੰਸਾਰ, ਹਰੀ ਪਿਆਰੇ ਨੂੰ ਸਾਰਾ ਜਗਤ ਜਾਪਦਾ ਹੈ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਏਕੈ ਰੰਗ, ਹਰੀ ਪਿਆਰਾ ਇੱਕ ਆਨੰਦ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ, ਹਰੀ ਪਿਆਰੇ ਦੇ ਨਾਲ ਹਮੇਸ਼ਾ ਪਰਮੇਸ਼ਰ ਵਸਦਾ ਹੈ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਵਾਰ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਹਰੀ ਪਿਆਰੇ ਨੂੰ ਇੱਕ ਨਾਮ ਹੀ ਉਸ ਨੂੰ ਆਪਣਾ ਆਸਰਾ ਲੱਗਦਾ ਹੈ, ਉਸ ਵਾਹਿਗੁਰੂ ਦੇ ਨਾਮ ਨੂੰ ਆਪਣਾ ਆਸਰਾ ਬਣਾ ਲੈਂਦਾ ਹੈ। ਬ੍ਰਹਮ ਗਿਆਨੀ ਕੇ ਨਾਮ ਪਰਵਾਰ, ਹਰੀ ਪਿਆਰੇ ਦਾ ਇੱਕ ਨਾਮ ਹੀ ਜੋ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਹੈ, ਉਸ ਨੂੰ ਜਪਣਾ ਹੀ ਉਹੀ ਉਸ ਦਾ ਪਰਿਵਾਰ ਹੈ, ਉਹੀ ਉਸ ਦਾ ਆਸਰਾ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਆਹਾਂ ਬੁੱਧ ਤਿਆਗਤ। ਹਰੀ ਪਿਆਰਾ ਸਦਾ ਹੀ ਜਾਗਦਾ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਹਰੀ ਪਿਆਰਾ ਸਦਾ ਹੀ ਜਾਗਦਾ ਹੈ, ਉਸ ਦਾ ਮਨ ਜੋ ਹੈ ਉਹ ਸਦਾ ਹੀ ਜਾਗਦਾ ਹੈ। ਬ੍ਰਹਮ ਗਿਆਨੀ ਆਹ ਬੁੱਧ ਤਿਆਗਤ, ਹਰੀ ਪਿਆਰਾ ਹੰਕਾਰ ਵਾਲੀ ਅਕਲ ਤਿਆਗ ਦਿੰਦਾ ਹੈ। ਉਸ ਨੂੰ ਕਦੇ ਵੀ ਹੰਕਾਰ ਨਹੀਂ ਹੁੰਦਾ, ਕਿਸੇ ਵੀ ਚੀਜ਼ ਦਾ ਕੋਈ ਹੰਕਾਰ ਨਹੀਂ ਹੁੰਦਾ। ਹਰੀ ਪਿਆਰਾ ਸਦਾ ਹੀ ਉਸਦਾ ਜੋ ਮਨ ਹੈ ਉਹ ਜਾਗਦਾ ਰਹਿੰਦਾ ਹੈ। ਇਸ ਦਾ ਮਤਲਬ ਕਈ ਲੋਕ ਦੂਸਰੀ ਤਰ੍ਹਾਂ ਵੀ ਨਿਕਾਲ ਲੈਂਦੇ ਹਨ ਕਿ ਵੀ ਮਤਲਬ ਨਹੀਂ ਸੌਣਾ। ਗੁਰੂ ਸਾਹਿਬ ਸਾਨੂੰ ਇਹ ਕਦੇ ਵੀ ਨਹੀਂ ਕਹਿੰਦੇ। ਸਾਨੂੰ ਨੀਂਦ ਲੈਣੀ ਵੀ ਬਹੁਤ ਜ਼ਰੂਰੀ ਹੈ। ਇਹ ਇੱਥੇ ਉਹ ਸੌਣ ਵਾਲੀ ਗੱਲ ਨਹੀਂ ਕੀਤੀ ਹੈ, ਮਨ ਨੂੰ ਜਗਾਉਣ ਵਾਲੀ ਗੱਲ ਕੀਤੀ ਹੈ, ਅਵੇਅਰਨੈਸ ਦੀ ਗੱਲ ਕੀਤੀ ਹੈ ਕਿ ਜੋ ਹਰੀ ਦਾ ਪਿਆਰਾ ਹੁੰਦਾ ਹੈ ਨਾ, ਉਸ ਦਾ ਮਨ ਹਮੇਸ਼ਾ ਜਾਗਦਾ ਰਹਿੰਦਾ ਹੈ। ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਹਰੀ ਪਿਆਰੇ ਦੇ ਅੰਦਰ ਪੂਰਾ ਆਨੰਦ ਵਸਦਾ ਹੈ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਹਰੀ ਪਿਆਰੇ ਦੇ ਹਿਰਦੇ ਵਿੱਚ ਸਦਾ ਖੁਸ਼ੀ ਹੀ ਖੁਸ਼ੀ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਹਰੀ ਪਿਆਰੇ ਦਾ ਵਾਸਾ ਸਹਿਜ ਸੁੱਖ ਵਿੱਚ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਜੋ ਹਰੀ ਦਾ ਪਿਆਰਾ ਹੈ ਉਸ ਦਾ ਜੋ ਵਾਸਾ ਹੈ ਉਹ ਸਹਿਜ ਸੁੱਖ ਵਿੱਚ ਹੈ। ਉਹ ਕਦੇ ਵੀ ਨਹੀਂ ਡੋਲਦਾ, ਜਿਸ ਤਰ੍ਹਾਂ ਦਾ ਵੀ ਮਰਜ਼ੀ ਸਮਾਂ ਹੋਵੇ ਉਹ ਕਦੇ ਡੋਲਦਾ ਨਹੀਂ ਹੈ, ਸਗੋਂ ਅਡੋਲ ਅਤੇ ਸਹਿਜ ਰੂਪ ਦੇ ਵਿੱਚ ਹੀ ਰਹਿੰਦਾ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਹਰੀ ਪਿਆਰੇ ਦਾ ਨਾਸ਼ ਕਦੇ ਵੀ ਨਹੀਂ ਹੁੰਦਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਹਰੀ ਪਿਆਰਾ ਜੋ ਹੈ ਉਹ ਪਰਮੇਸ਼ਰ ਦੇ ਜਾਣਨ ਵਾਲਾ ਹੈ, ਉਹ ਪਰਮੇਸ਼ਰ ਨੂੰ ਜਾਣਦਾ ਹੈ। ਵਾਹਿਗੁਰੂ ਅਕਾਲ ਪੁਰਖ ਵੀ ਉਸ ਨੂੰ ਜਾਣਦਾ ਹੈ। ਬ੍ਰਹਮ ਗਿਆਨੀ ਏਕ ਸੰਗ ਹੇਤਾ, ਹਰੀ ਪਿਆਰੇ ਦਾ ਇੱਕ ਨਾਲ ਹੀ ਪਿਆਰ ਹੈ। ਜੋ ਸੱਚੇ ਪਾਤਸ਼ਾਹ ਹੈ ਉਸੇ ਨਾਲ ਹੀ ਉਸ ਦਾ ਪਿਆਰ ਹੈ। ਬ੍ਰਹਮ ਗਿਆਨੀ ਕੇ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਹਰੀ ਪਿਆਰੇ ਦੇ ਮਨ ਵਿੱਚ ਬੇਫਿਕਰੀ ਹੁੰਦੀ ਹੈ। ਉਸ ਨੂੰ ਕਦੇ ਵੀ ਕੋਈ ਚਿੰਤਾ ਨਹੀਂ ਹੁੰਦੀ, ਉਹ ਅਚਿੰਤ ਰਹਿੰਦਾ ਹੈ। ਅਚਿੰਤ ਭਾਵ ਬੇਫਿਕਰ ਰਹਿੰਦਾ ਹੈ, ਕਿਉਂਕਿ ਉਸ ਦਾ ਜੋ ਮਨ ਹੈ ਉਹ ਇਤਨਾ
ਵਾਹਿਗੁਰੂ ਅਕਾਲ ਪੁਰਖ ਵਿੱਚ ਇਤਨਾ ਵਿਸ਼ਵਾਸ ਰੱਖਦਾ ਹੁੰਦਾ ਹੈ, ਇਤਨੀ ਨੇੜਤਾ ਹੋ ਜਾਂਦੀ ਹੈ ਕਿ ਉਸ ਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਸਨੇ ਵਾਹਿਗੁਰੂ ਅਕਾਲ ਪੁਰਖ ਦੇ ਉੱਪਰ ਹੀ ਸਭ ਕੁਝ ਛੱਡ ਦਿੱਤਾ ਹੁੰਦਾ ਹੈ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਹਰੀ ਪਿਆਰੇ ਦਾ ਜੋ ਮੰਤਰ ਹੈ ਉਹ ਨਿਰਮਲ ਹੁੰਦਾ ਹੈ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਹਰੀ ਪਿਆਰਾ ਉਹ ਹੈ ਜਿਸ ਨੂੰ ਪ੍ਰਭੂ ਆਪ ਬਣਾਏ। ਬ੍ਰਹਮ ਗਿਆਨੀ ਜਿਸ ਕਰੇ ਆਪ, ਜਿਸ ਨੂੰ ਉਹ ਅਕਾਲ ਪੁਰਖ ਬ੍ਰਹਮ ਗਿਆਨੀ ਕਰਦਾ ਹੈ, ਆਪਣਾ ਪਿਆਰਾ ਬਣਾਉਂਦਾ ਹੈ, ਉਹੀ ਬਣਦਾ ਹੈ। ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਹਰੀ ਪਿਆਰੇ ਦਾ ਪ੍ਰਤਾਪ ਬੜਾ ਭਾਰਾ ਹੈ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਬ੍ਰਹਮ ਗਿਆਨੀ ਕਾ ਦਰਸ, ਦਰਸ ਭਾਵ ਦਰਸ਼ਨ, ਜੋ ਬ੍ਰਹਮ ਗਿਆਨੀ ਹੈ ਉਸ ਦਾ ਦਰਸ਼ਨ ਵਡਭਾਗੀ ਪਾਈਏ, ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਹਰੀ ਪਿਆਰੇ ਤੋਂ ਸਦਾ ਬਲਿਹਾਰੇ ਜਾਈਏ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ, ਹਰੀ ਪਿਆਰੇ ਨੂੰ ਸ਼ਿਵ ਜੀ ਆਦਿਕ ਲੱਭਦੇ ਫਿਰਦੇ ਹਨ। ਮਹੇਸ਼ਵਰ ਭਾਵ ਸ਼ਿਵ ਜੀ ਵਰਗੇ ਜੋ ਸਨ ਉਹ ਵੀ ਉਹਨਾਂ ਨੂੰ ਲੱਭਦੇ ਫਿਰਦੇ ਸਨ, ਉਹਨਾਂ ਨੇ ਵੀ ਭਗਤੀ ਕੀਤੀ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਹਰੀ ਪਿਆਰਾ ਤਾਂ ਆਪ ਹੀ ਪਰਮੇਸ਼ਰ ਹੈ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੇ ਸਗਲ ਮਨ ਮਾਹੈ। ਹਰੀ ਪਿਆਰੇ ਦੀ ਕੀਮਤ ਨਹੀਂ ਪਾਈ ਜਾ ਸਕਦੀ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਜੋ ਹੈ, ਜੋ ਵਾਹਿਗੁਰੂ ਅਕਾਲ ਪੁਰਖ ਦਾ ਪਿਆਰਾ ਹੈ, ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਬ੍ਰਹਮ ਗਿਆਨੀ ਕੇ ਸਗਲ ਮਨ ਮਾਹੈ, ਹਰੀ ਪਿਆਰੇ ਦੇ ਮਨ ਅੰਦਰ ਸਭ ਕੁਛ ਹੈ। ਸਗਲ ਮਨ ਮੈਂ, ਸਾਰਾ ਕੁਝ ਹੀ ਉਸਦੇ ਮਨ ਵਿੱਚ ਹੈ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਹਰੀ ਪਿਆਰੇ ਦਾ ਭੇਦ ਕੌਣ ਜਾਣ ਸਕਦਾ ਹੈ। ਹਰੀ ਪਿਆਰੇ ਨੂੰ ਸਦਾ ਮੱਥਾ ਟੇਕਣਾ ਚਾਹੀਦਾ ਹੈ। ਬ੍ਰਹਮ ਗਿਆਨੀ ਕੋ ਸਦਾ ਆਦੇਸ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖੁਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖੁਰ, ਹਰੀ ਪਿਆਰੇ ਦਾ ਅੱਧਾ ਅੱਖਰ ਵੀ ਨਹੀਂ ਕਿਹਾ ਜਾਂਦਾ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਹਰੀ ਪਿਆਰਾ ਸਭ ਦਾ ਮਾਲਕ ਹੈ। ਬ੍ਰਹਮ ਗਿਆਨੀ ਕਾ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਹਰੀ ਪਿਆਰੇ ਦੀ ਮਰਿਆਦਾ ਕੌਣ ਆਖ ਸਕਦਾ ਹੈ। ਇਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਹਰੀ ਪਿਆਰੇ ਦੀ ਜੋ ਗਤੀ ਹੈ ਹਰੀ ਪਿਆਰਾ ਆਪ ਹੀ ਜਾਣਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਹਰੀ ਪਿਆਰੇ ਦੇ ਪਾਰ ਉਰਾਰ ਦਾ ਕੋਈ ਅੰਤ ਨਹੀਂ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਉਸ ਵਾਹਿਗੁਰੂ ਅਕਾਲ ਪੁਰਖ ਦੇ ਪਾਰ ਉਰਾਰ ਦਾ ਕੋਈ ਅੰਤ ਨਹੀਂ ਹੈ। ਉਹ ਕਿੱਥੋਂ ਤੱਕ ਵਸਿਆ ਹੋਇਆ ਹੈ।
ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਹਰੀ ਪਿਆਰੇ ਨੂੰ ਸਦਾ ਹੀ ਨਮਸਕਾਰ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਹਰੀ ਪਿਆਰਾ ਸਾਰੀ ਦੁਨੀਆ ਦਾ ਕਰਤਾ ਹੈ, ਸਭ ਕੁਝ ਕਰਨ ਵਾਲਾ ਹੈ। ਉਸ ਸੱਚੇ ਪਾਤਸ਼ਾਹ ਤੋਂ ਹੀ ਇਹ ਸਾਰਾ ਜੋ ਸੰਸਾਰ ਹੈ ਇਹ ਸਾਰਾ ਚੱਲ ਰਿਹਾ ਹੈ। ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ, ਹਰੀ ਪਿਆਰਾ ਸਦਾ ਜਿਉਂਦਾ ਰਹਿੰਦਾ ਹੈ, ਉਹ ਕਦੇ ਮਰਦਾ ਨਹੀਂ ਹੈ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਹਰੀ ਪਿਆਰਾ ਮੁਕਤੀ ਤੇ ਜੁਗਤੀ ਤੇ ਜੀ ਦਾ ਦਾਤਾ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਹਰੀ ਪਿਆਰਾ ਪੂਰਾ ਫਲ ਦੇਣ ਵਾਲਾ ਹੈ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਊਪਰ ਹਾਥ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਹਰੀ ਪਿਆਰਾ ਸਭ ਗਰੀਬਾਂ ਦਾ ਮਾਲਕ ਹੈ। ਬ੍ਰਹਮ ਗਿਆਨੀ ਕਾ ਸਭ ਊਪਰ ਹਾਥ, ਹਰੀ ਪਿਆਰੇ ਦਾ ਸਭ ਦੇ ਸਿਰ ਤੇ ਹੱਥ ਹੈ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਹਰੀ ਪਿਆਰੇ ਦਾ ਇਹ ਸਾਰਾ ਜੋ ਰੂਪ ਹੈ ਉਹ ਸੰਸਾਰ ਹੈ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਤੇ ਹਰੀ ਪਿਆਰਾ ਆਪ ਹੀ ਨਿਰੰਕਾਰ ਹੈ। ਇਹ ਜੋ ਸੰਸਾਰ ਉਸ ਵਾਹਿਗੁਰੂ ਨੇ ਸਾਜਿਆ ਹੈ ਇਹ ਉਸ ਦਾ ਹੀ ਆਕਾਰ ਹੈ। ਉੱਦਾਂ ਕਿਸੇ ਨੇ ਉਸ ਅਕਾਲ ਪੁਰਖ ਨੂੰ ਨਹੀਂ ਦੇਖਿਆ, ਪਰ ਉਹ ਹਰ ਇੱਕ ਦੇ ਵਿੱਚ ਵਸਦਾ ਹੈ, ਹਰ ਜਗ੍ਹਾ 'ਤੇ ਹੈ, ਉਹ ਕਣ ਕਣ ਦੇ ਵਿੱਚ ਮੌਜੂਦ ਹੈ। ਸੋ ਬ੍ਰਹਮ ਗਿਆਨੀ ਆਪ ਨਿਰੰਕਾਰ, ਹਰੀ ਪਿਆਰਾ ਆਪ ਹੀ ਨਿਰੰਕਾਰ ਹੈ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਤਨੀ। 8 ਹਰੀ ਪਿਆਰੇ ਦੀ ਜੋ ਵਡਿਆਈ ਹੈ ਬ੍ਰਹਮ ਗਿਆਨੀ ਕੀ ਸੋਭਾ, ਹਰੀ ਪਿਆਰੇ ਦੀ ਜੋ ਵਡਿਆਈ ਹੈ ਬ੍ਰਹਮ ਗਿਆਨੀ ਬਣੀ। ਹਰੀ ਪਿਆਰੇ ਨੂੰ ਹੀ ਫਾਵਦੀ ਹੈ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਹੀ ਫਾਵਦੀ ਹੈ ਜੋ ਉਸ ਦੀ ਵਡਿਆਈ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਹਰੀ ਪਿਆਰਾ ਸਾਰਿਆਂ ਦਾ ਮਾਲਕ ਹੈ, ਸਾਡਾ ਸਭਨਾਂ ਦਾ ਮਾਲਕ ਹੈ। ਸੋ ਸਾਨੂੰ ਸਾਰਿਆਂ ਨੂੰ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਉੱਤੇ ਪੂਰਨ ਵਿਸ਼ਵਾਸ ਕਰਨਾ ਚਾਹੀਦਾ ਹੈ। ਸਾਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ ਹੈ। ਉਂਝ ਵੀ ਜੋ ਸੱਚੇ ਦਿਲੋਂ ਗੁਰਬਾਣੀ ਪੜ੍ਹਦੇ ਹਨ ਉਹ ਕਦੇ ਡੋਲ ਹੀ ਨਹੀਂ ਸਕਦੇ। ਉਹਨਾਂ ਦਾ ਜੋ ਹਿਰਦਾ ਹੈ ਉਹ ਹਮੇਸ਼ਾ ਫਿਰ ਅਡੋਲ ਹੋ ਜਾਂਦਾ ਹੈ। ਉਹਨਾਂ ਨੂੰ ਦੁੱਖ ਸੁੱਖ ਸਭ ਬਰਾਬਰ ਹੀ ਲੱਗਦੇ ਹਨ। ਸੋ ਆਓ ਇਸ ਤਰ੍ਹਾਂ ਹਰ ਰੋਜ਼ ਗੁਰਬਾਣੀ ਪੜ੍ਹਿਆ ਕਰੋ। ਜਿਤਨੀ ਵੀ ਗੁਰਬਾਣੀ ਪੜ੍ਹਦੇ ਹੋ ਉਸ ਨੂੰ ਸਮਝਿਆ ਕਰੋ ਅਤੇ ਗੁਰਬਾਣੀ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਿਆ ਕਰੋ। ਬੱਚਿਆਂ ਨੂੰ ਵੀ ਗੁਰਬਾਣੀ ਨਾਲ ਬਿਠਾ ਕੇ ਪੜ੍ਹਾਇਆ ਕਰੋ ਤਾਂ ਕਿ ਬੱਚਿਆਂ ਨੂੰ ਵੀ ਗੁਰਬਾਣੀ ਦੇ ਬਾਰੇ ਗਿਆਨ ਹੋਵੇ। ਜਦੋਂ ਛੋਟੀ ਉਮਰ ਤੋਂ ਬੱਚੇ ਗੁਰਬਾਣੀ ਪੜ੍ਹਨਗੇ ਤਾਂ ਫਿਰ ਉਹਨਾਂ ਦਾ ਗੁਰਬਾਣੀ ਦੇ ਨਾਲ ਪ੍ਰੇਮ ਹੋ ਜਾਏਗਾ। ਸੋ ਬੱਚਿਆਂ ਨੂੰ ਗੁਰਬਾਣੀ ਸਿਖਾਉਣਾ ਬਹੁਤ ਜ਼ਰੂਰੀ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬਾਣੀ ਪੜ੍ਹਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਹੋ ਸਕਦਾ ਹੈ ਕੁਛ ਅਰਥ ਗਲਤ ਹੋ ਗਏ ਹੋਣ, ਕੋਈ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ। ਆਪ
ਬਖਸ਼ਣਯੋਗ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।